वेलकम इन दी क्लास। अज अपना यूनिट 3 चैप्टर 3 का नैक्सट टॉपिक है मूविंग कॉइल गलवैनोमीटर। मूविंग कॉइल गलवैनोमीटर ਨੂੰ एक इदा का डिवाइस है कि ਸਮੋਲ करंट मैजर करने के लिए आप यूज़ कर सकते हैं। बट जो आप थोड़ी होर मोडिफिकेशनस कर दिए तो इस मूविंग कॉइल गलवैनोमीटर ਨੂੰ आप करंट तो पोटेंशियल डिफरेंस दोनों दी वैल्यूज़ ਨੂੰ मैजर करने के लिए यूज़ कर सकते हैं। ਹੁਣ ਇਹਦਾ प्रिंसीपल की आ कि ਜਿਹੜਾ ਆਪਣੇ ਕੋਲੇ करंट कैरिंग कॉइल आ ABCD ਇਹਨੂੰ ਆਪਾਂ ਮੈਗਨੈਟਿਕ ਫੀਲਡ ਦੇ ਅੰਦਰ ਰੱਖਦੇ ਹਾਂ ਤਾਂ ਇਹਨੇ ਕੀ ਹੈ ਟਾਰਕ ਐਕਸਪੀਰੀਅੰਸ ਕਰਨਾ। ਹੁਣ ਇਹਦੀ ਕੰਸਟਰਕਸ਼ਨ ਦੇ ਵਿੱਚ ਕੀ ਹੈ ਕਿ ਕਿਵੇਂ ਬਣਿਆ ਹੋਇਆ ਹੈ। ਇਹ ਇੱਕ ਕੋਇਲ ABCD ਜਿਹਨੂੰ ਆਪਾਂ ਦੋ ਪੋਲਸ ਪਰਮਾਨੈਂਟ ਮੈਗਨੇਟ ਦੇ ਆ ਨਾਰਥ ਤੇ ਸਾਊਥ ਉਹਨਾਂ ਦੇ ਵਿਚਕਾਰ ਰੱਖਿਆ। ਤੇ ਇਹ ਕੋਇਲ ਬਣੀ ਕਿਵੇਂ ਹੋਈ ਆ, ਇੱਕ ਨੌਨ ਮੈਟਲ ਦਾ ਫਰੇਮ ਲਿਆ ਹੋਇਆ, ਉਹਨਾਂ ਦੇ ਉੱਪਰ ਆਪਾਂ ਇਸ ਕੋਇਲ ਨੂੰ ਬਾਉਂਡ ਕੀਤਾ ਹੋਇਆ ਤੇ ਇਸ ABCD ਕੋਇਲ ਦੇ ਅੰਦਰ ਇੱਕ ਸੈਂਟਰਲ ਸੌਫਟ ਆਇਰਨ ਕੋਰ ਲਗਾਈ ਹੋਈ ਆ। ਹੁਣ ਆਪਾਂ ਨੂੰ ਅਟੈਚ ਕਿਵੇਂ ਕੀਤਾ, ਜਿਹੜੀ ABCD ਆਪਾਂ ਨੂੰ ਕੋਇਲ ਦਿੱਤੀ ਹੋਈ ਆ ਇਹਦਾ ਇੱਕ ਐਂਡ ਟੋਰਸ਼ਨ ਹੈੱਡ ਦੇ ਨਾਲ ਅਟੈਚ ਆ। ਕਿਵੇਂ ਅਟੈਚ ਕੀਤਾ, ਫਾਸਫਰ ਬ੍ਰੌਂਜ਼ ਸਟ੍ਰਿਪ ਇਸ ਵਾਇਰ ਦੀ ਹੈਲਪ ਦੇ ਨਾਲ ਅਟੈਚ ਕੀਤਾ। ਹੋਰ ਇਹਦੇ ਨਾਲ ਕੀ ਅਟੈਚ ਕੀਤਾ, ਇੱਕ ਕਨਕੇਵ ਮਿਰਰ M ਲਗਾਇਆ ਹੋਇਆ ਵਾਇਰ ਦੇ ਉੱਪਰ। ਦੂਜਾ ਐਂਡ ਇਸ ਕੋਇਲ ਦਾ ਕਿਵੇਂ ਅਟੈਚ ਆ, ਹੇਅਰ ਸਪਰਿੰਗ ਦੇ ਨਾਲ ਆਪਾਂ ਅਟੈਚ ਕੀਤਾ ਹੋਇਆ ਹੈ। ਜਿਹੜਾ ਇਹ ਸਾਰਾ ਅਰੇਂਜਮੈਂਟ ਆ ਆਪਾਂ ਇਹ ਕਿਵੇਂ ਰੱਖ ਰਹੇ ਆ, ਇੱਕ ਨੌਨ ਮੈਗਨੈਟਿਕ ਕੇਸ ਦੇ ਅੰਦਰ ਤਾਂ ਕਿ ਹਵਾ ਉਹਨੂੰ ਕੁਛ ਵੀ ਡਿਸਟਰਬ ਨਾ ਕਰ ਸਕੇ। ਜਿਹੜੀ ਏਅਰ ਦੀ ਡਿਸਟਰਬੈਂਸ ਆ ਉਹਨੂੰ ਆਪਾਂ ਅਵੋਇਡ ਕਰਦੇ ਹਾਂ। ਫਿਰ ਗਲਵੈਨੋਮੀਟਰ ਨੂੰ ਆਪਾਂ ਲੈਵਲ ਕਰਦੇ ਹਾਂ ਇਹਨਾਂ ਦੋ ਸਕਰਿਊਜ਼ ਦੇ ਨਾਲ ਕਿ ਸੇਮ ਲੈਵਲ ਦੇ ਉੱਪਰ ਰਹਿਣ, ਹੌਰੀਜ਼ੋਂਟਲ ਦੇ ਉੱਪਰ, ਉੱਚਾ ਨੀਵਾਂ ਕੋਈ ਵੀ ਨਾ ਹੋਵੇ। ਫਿਰ ਨੈਕਸਟ ਆਪਣੇ ਕੋਲ ਕੀ ਨੇ, ਇਹਨਾਂ ਦੇ ਵਿੱਚ T1 ਤੇ T2 ਬਾਈਂਡਿੰਗ ਸਕਰਿਊਜ਼ ਨੇ ਜਿਹੜੀ ਗਲਵੈਨੋਮੀਟਰ ਦੀ ਬੈਕ ਦੇ ਉੱਪਰ ਲਗਾਏ ਹੋਏ ਆ। ਹੁਣ ਜਿਹੜੀ ABCD ਆਪਣੇ ਕੋਲ ਕੋਇਲ ਦਿੱਤੀ ਹੋਈ ਆ ਉਹ ਵਾਲੀ ਕਿਹੜੀ ਆ, ABCD ਨੂੰ ਆਪਾਂ ਇਸ ਤਰ੍ਹਾਂ ਸ਼ੋਅ ਕਰ ਰਹੇ ਹਾਂ। ਦੋ ਪੋਲਸ ਨੇ ਨਾਰਥ ਤੇ ਸਾਊਥ, N ਨੰਬਰ ਆਫ ਟਰਨਸ ਨੇ ਤਾਂ ਆਪਾਂ ਇੱਕ ਤੋਂ ਜ਼ਿਆਦਾ ਲਾਈਨਸ ਲਗਾ ਕੇ ਇਹਨਾਂ ਨੂੰ ਸ਼ੋਅ ਕੀਤਾ ਹੋਇਆ। L ਆਪਣੇ ਕੋਲ ਕੀ ਹੋ ਜੂਗੀ, ਇਸ ਕੋਇਲ ਦੇ ਲਈ ਲੈਂਥ B ਆ, ਆਪਣੇ ਕੋਲ ਕੀ ਆ ਬ੍ਰੈਥ। ਮੈਗਨੈਟਿਕ ਫੀਲਡ ਕਿਵੇਂ ਐਕਟ ਕਰਦੀ ਆ, ਲੈਫਟ ਟੂ ਰਾਈਟ। ਕਰੰਟ ਕਿੰਨਾ ਪਾਸ ਕਰਵਾ ਰਹੇ ਆਪਾਂ I, ਤੇ I ਦੀ ਡਾਇਰੈਕਸ਼ਨ ਕੀ ਆ, A to B, B to C, C to D ਐਂਡ D to A। ਹੁਣ ਇਹਦੇ ਵਿੱਚ ਜਿਹੜੀ ਆਮ DA ਤੇ BC ਦਿੱਤੀ ਹੋਈ ਆ ਇਹਨਾਂ ਦੇ ਉੱਪਰ ਜਦੋਂ ਆਪਾਂ ਫੋਰਸ ਦੀ ਵੈਲਿਊ ਕੈਲਕੂਲੇਟ ਕਰਦੇ ਆ ਤਾਂ ਉਹ ਕਿੰਨੀ ਆ ਜਾਂਦੀ ਆ, ਇਕੁਅਲ ਤੇ ਆਪੋਜ਼ਿਟ। ਇਕੁਅਲ ਤੇ ਆਪੋਜ਼ਿਟ ਹੋਣ ਦੇ ਕਾਰਨ ਹੀ ਉਹ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰ ਦਿੰਦੇ ਆ। ਇਹ ਆਪਾਂ ਪਿਛਲੇ ਟੌਪਿਕ ਦੇ ਵਿੱਚ ਪੜ੍ਹ ਕੇ ਆਉਂਦਾ ਸੀਗਾ, ਪਿਛਲੀ ਵੀਡੀਓ 'ਚ ਸੀਗਾ ਫੋਰਸ ਦੀ ਵੈਲਿਊ ਕਿ ਆਪਾਂ ਟਾਰਕ ਦੀ ਵੈਲਿਊ ਫਾਈਂਡ ਕੀਤੀ ਸੀਗੀ ਕਰੰਟ ਲੂਪ ਦੇ ਉੱਪਰ ਕਿ AD ਦੇ ਉੱਪਰ ਤੇ BC ਦੇ ਉੱਪਰ, ਤੇ F1 ਤੇ F2 ਦੀ ਵੈਲਿਊ ਆ ਗਈ ਸੀਗੀ ਸੇਮ, ਤਾਂ ਉਹਨਾਂ ਨੇ ਇੱਕ ਦੂਜੇ ਨੂੰ ਕੈਂਸਲ ਕਰਤਾ। ਫਿਰ ਆਪਾਂ F3 ਤੇ F4 ਦੀ ਵੈਲਿਊ ਕੈਲਕੂਲੇਟ ਕੀਤੀ ਸੀਗੀ, ਉਹ ਕਿੰਨੀ ਆਈ ਸੀ, BIL। ਉਹਨਾਂ ਦਾ ਮੈਗਨੀਟਿਊਡ ਵੀ ਸੇਮ ਸੀ ਬਟ ਉਹਨਾਂ ਦਾ ਲਾਈਨ ਆਫ ਐਕਸ਼ਨ ਅਲੱਗ ਦਿੱਤਾ ਹੋਇਆ ਸੀ। ਉਵੇਂ ਹੀ ਹੁਣ ਆਪਾਂ ਇਹਨਾਂ ਦੇ ਵਿੱਚ ਨੋਟ ਕਰਦੇ ਹਾਂ ਕਿ ਜਿਹੜੀਆਂ ਆਪਣੇ ਕੋਲੇ AD ਤੇ DA ਤੇ BC ਦੇ ਅਲੋਂਗ ਫੋਰਸ ਦੀ ਵੈਲਿਊ ਸੀ ਉਹਨਾਂ ਨੇ ਇੱਕ ਦੂਜੇ ਨੂੰ ਕੈਂਸਲ ਕਰਤਾ। ਤਾਂ AB ਤੇ CD ਦੇ ਲਈ ਜਿਹੜੀ ਟਾਰਕ ਆਪਾਂ ਪਹਿਲਾਂ ਫੋਰਸ ਦੀ ਵੈਲਿਊ ਕੈਲਕੂਲੇਟ ਕਰਦੇ ਹਾਂ ਤਾਂ ਉਹ ਫੋਰਸ ਆਪਣੇ ਕੋਲ ਕਿਹਦਾ ਇਕੁਅਲ ਆ ਜਾਂਦਾ, ਆਪਣੇ ਕੋਲ ਫੋਰਸ ਇਕੁਅਲ ਹੁੰਦਾ ਕਰੰਟ ਐਲੀਮੈਂਟ ਇਨਟੂ B। ਤਾਂ ਇੱਥੇ ਆਪਣੇ ਕੋਲ ਥੀਟਾ ਦੀ ਵੈਲਿਊ ਕਿੰਨੀ ਹੈ, 90 ਡਿਗਰੀ ਕੇ ਪਰਪੈਂਡੀਕੂਲਰ ਐਕਟ ਕਰਦੇ ਆ। ਤਾਂ IL क्रॉस B ਕਿਹਦੇ ਇਕੁਅਲ ਹੋ ਜਾਊਗਾ, ILB ਸਾਈਨ ਥੀਟਾ। ਥੀਟਾ ਕਿਹਦੇ ਇਕੁਅਲ 90 ਬਟ ਸਾਈਨ 90 ਕਿਹਦੇ ਇਕੁਅਲ 1। ਤੇ N ਨੰਬਰ ਆਫ ਟਰਨਸ ਸੀ ਤਾਂ N ਦੇ ਨਾਲ ਮਲਟੀਪਲਾਈ ਕਰ ਦਿਓ। ਤਾਂ AB ਦੇ ਉੱਪਰ ਫੋਰਸ ਕਿਹਦੇ ਇਕੁਅਲ ਆ ਗਿਆ, NBIL। ਇਸੇ ਤਰ੍ਹਾਂ CD ਦੇ ਉੱਪਰ ਫੋਰਸ ਕਿੰਨਾ ਆ ਜਾਊਗਾ, NBIL। ਬਟ ਦੋਨਾਂ ਦੀ ਡਾਇਰੈਕਸ਼ਨ ਆਪੋਜ਼ਿਟ ਆ ਕਿ ਇੱਥੇ ਆਪਣੇ ਕੋਲੇ AB ਦੇ ਉੱਪਰ ਫੋਰਸ ਜਿਹੜਾ ਲੱਗਦਾ ਉਹ ਆਊਟਵਰਡ ਆ, CD ਦੇ ਉੱਪਰ ਜਿਹੜਾ ਫੋਰਸ ਲੱਗਦਾ ਉਹ ਕਿਵੇਂ ਐਕਟ ਕਰਦਾ ਇਹ ਇਨਵਰਡ ਡਾਇਰੈਕਸ਼ਨ। ਹੁਣ ਇਸੇ ਕਰਕੇ ਦੋਨਾਂ ਦਾ ਲਾਈਨ ਆਫ ਐਕਸ਼ਨ ਅਲੱਗ ਆ। ਤਾਂ ਉਹ ਕਿਵੇਂ ਐਕਟ ਕਰਦੇ ਨੇ ਕਿ ਉਹਨਾਂ ਨੇ ਇੱਕ ਟਾਰਕ ਬਣਾ ਦੇਣਾ ਤੇ ਕੋਇਲ ਨੇ ਇਸ ਟਾਰਕ ਦੇ ਇਫੈਕਟ ਦੇ ਅੰਦਰ ਰੋਟੇਟ ਕਰਨਾ ਸ਼ੁਰੂ ਕਰ ਦੇਣਾ। ਜਦੋਂ ਇਸ ਤਰ੍ਹਾਂ ਉਹ ਰੋਟੇਟ ਕਰਨਾ ਸ਼ੁਰੂ ਕਰ ਦੇਣਗੇ ਤਾਂ ਸਸਪੈਂਸ਼ਨ ਵਾਇਰ ਕੀ ਆ, ਟਵਿਸਟ ਕਰਨਾ ਸ਼ੁਰੂ ਕਰ ਦੂਗੀ, ਟਵਿਸਟ ਕਰ ਜਾਂਦੀ ਆ। ਅਤੇ ਕਿੰਨਾ ਟਾਈਮ ਆਪਾਂ ਦੇਖਣਾ ਕਿ ਜਦੋਂ ਉਹਨੇ ਟਵਿਸਟ ਕਰਨਾ ਸ਼ੁਰੂ ਕਰਤਾ ਤਾਂ ਉਹਨੇ ਆਪਣੇ ਅੰਦਰ ਇੱਕ ਰੀਸਟੋਰਿੰਗ ਟਾਰਕ ਡਿਵੈਲਪ ਕਰ ਲੈਣਾ। ਅਤੇ ਕੋਇਲ ਕਿੰਨਾ ਟਾਈਮ ਰੋਟੇਟ ਹੁੰਦੀ ਰਹੂਗੀ, ਜਿੰਨਾ ਟਾਈਮ ਉੱਤੇ ਡਿਫਲੈਕਟਿੰਗ ਟਾਰਕ ਜਿਹੜਾ ਲੱਗ ਰਿਹਾ ਸੀਗਾ ਕਰੰਟ ਦੇ ਫਲੋ ਹੋਣ ਦੇ ਕਰਕੇ ਉਹਨੂੰ ਬੈਲੈਂਸ ਨਹੀਂ ਕਰ ਲੈਂਦੇ, ਉਹ ਇਕੁਅਲ ਨਹੀਂ ਹੋ ਜਾਂਦਾ ਰੀਸਟੋਰਿੰਗ ਟਾਰਕ ਦੇ। ਜਿਹੜਾ ਰੀਸਟੋਰਿੰਗ ਟਾਰਕ ਵਾਇਰ ਦੀ ਟਵਿਸਟਿੰਗ ਦੇ ਕਾਰਨ ਲੱਗ ਰਿਹਾ ਸੀ, ਇਸ ਦੇ ਲਈ ਡਿਫਲੈਕਟਿੰਗ ਟਾਰਕ ਕਿਹਦੇ ਇਕੁਅਲ ਆ ਜਾਊਗਾ, ਰੀਸਟੋਰਿੰਗ ਟਾਰਕ ਦੇ। ਹੁਣ ਕੋਇਲ ਆ ਜਿਹੜੀ ਉਹ ਰੈਸਟ ਦੇ ਉੱਪਰ ਆ ਜਾਊਗੀ ਜਦੋਂ ਉਹਨੇ ਐਂਗਲ ਅਲਫਾ ਦੇ ਥਰੂ ਰੋਟੇਟ ਕਰਨਾ। ਤਾਂ ਇਸ ਪੋਜੀਸ਼ਨ ਦੇ ਵਿੱਚ ਆ ਕੇ ਜਿਹੜਾ ਐਂਗਲ ਅਲਫਾ ਲਿਆ ਹੋਇਆ ਆਪਾਂ ਡਾਇਗਰਾਮ ਦੇ ਵਿੱਚ ਥਰਡ ਐਂਗਲ ਅਲਫਾ
ਤਾਂ ਜਿਹੜੀ ਕੁਆਇਲ ਦਿੱਤੀ ਹੋਈ ਆ ਉਹਦੀ ਪਲੇਨ ਆ ਉਹਨੇ ਕਿੰਨਾ ਐਂਗਲ ਬਣਾਇਆ ਅਲਫਾ, ਕਿਹਦੇ ਨਾਲ ਐਂਗਲ ਬਣਾ ਰਿਹਾ ਮੈਗਨੈਟਿਕ ਫੀਲਡ ਦੇ ਨਾਲ, ਜਿਹੜੀ ਆਪਾਂ ਮੈਗਨੈਟਿਕ ਫੀਲਡ ਅਪਲਾਈ ਕੀਤੀ ਹੋਈ ਆ ਨਾਰਥ ਟੂ ਸਾਊਥ। ਹੁਣ ਇਹਦੇ ਲਈ ਵੀ ਪਰਪੈਂਡੀਕੂਲਰ ਡਿਸਟੈਂਸ ਦੀ ਵੈਲਿਊ ਆਪਾਂ ਨੂੰ ਚਾਹੀਦੀ ਆ, ਤਾਂ ਪਰਪੈਂਡੀਕੂਲਰ ਡਿਸਟੈਂਸ ਇਹਨਾਂ ਦੇ ਵਿੱਚ ਫਿਰ ਕਿਹੜੀ ਆ ਜੂਗੀ ਕੇ ਡੀ ਨੂੰ ਆਪਾਂ ਕਿਵੇਂ ਕੈਲਕੂਲੇਟ ਕਰ ਸਕਦੇ ਆ AD ਅਪੋਨ KD, ਇਹ ਕਿਹਦੇ ਇਕੁਅਲ ਆ ਜੂਗਾ cos ਅਲਫਾ ਦੇ, ਤਾਂ DK ਕਿਹਦੇ ਇਕੁਅਲ ਹੋ ਗਿਆ ਫਿਰ B cos ਅਲਫਾ। ਤਾਂ ਡਿਫਲੈਕਟਿੰਗ ਟਾਰਕ ਜਿਹੜਾ ਪ੍ਰੋਡਿਊਸ ਹੋ ਰਿਹਾ ਉਹ ਕਿਹਦੇ ਇਕੁਅਲ ਹੋ ਗਿਆ, ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਫੋਰਸ, ਇਧਰ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ, ਫੋਰਸ ਦੀ ਵੈਲਿਊ ਸੇਮ ਸੀ NBIL, ਕਿਹਦੇ ਨਾਲ ਮਲਟੀਪਲਾਈ ਕੀਤੀ B cos ਅਲਫਾ, ਫਿਰ ਲੈਂਥ ਇਨਟੂ ਬ੍ਰੈਥ ਕਿਹਦੇ ਇਕੁਅਲ ਏਰੀਆ NBIA cos ਅਲਫਾ। ਤਾਂ ਰੀਸਟੋਰਿੰਗ ਟਾਰਕ ਕਿਹਦੇ ਇਕੁਅਲ ਹੁੰਦਾ K ਅਲਫਾ ਦੇ, K ਆਪਣੇ ਕੋਲ ਕੀ ਆ ਰੀਸਟੋਰਿੰਗ ਟਾਰਕ ਪਰ ਯੂਨਿਟ ਟਵਿਸਟ, ਅਲਫਾ ਉੱਥੇ ਐਂਗਲ ਬਣ ਰਿਹਾ ਸੀਗਾ ਮੈਗਨੈਟਿਕ ਫੀਲਡ ਦੇ ਨਾਲ। ਹੁਣ ਜੇ ਇਕੁਇਲਿਬਰੀਅਮ ਦੇ ਵਿੱਚ ਹੋਣਗੇ ਤਾਂ ਰੀਸਟੋਰਿੰਗ ਫੋਰਸ ਇਕੁਅਲ ਦੇ ਆਪੋਜ਼ਿਟ ਹੋਊਗਾ ਡਿਫਲੈਕਟਿੰਗ ਟਾਰਕ ਦੇ, ਤਾਂ ਹੁਣ ਦੋਨਾਂ ਨੂੰ ਇਕੁਅਲ ਰੱਖ ਲਓ। NBIA cos ਅਲਫਾ ਕਿਹਦੇ ਇਕੁਅਲ K ਅਲਫਾ ਦੇ, ਇੱਥੋਂ I ਦੀ ਵੈਲਿਊ ਕਿਹਦੇ ਇਕੁਅਲ ਹੋ ਗਈ K ਅਪੋਨ NBA ਇੰਟੂ ਅਲਫਾ ਅਪੋਨ cos ਅਲਫਾ, ਤਾਂ ਇਹ ਸਾਰੀ ਵੈਲਿਊ ਕੀ ਹੋ ਜੂਗੀ ਕੌਨਸਟੈਂਟ, ਤਾਂ I ਕਿਹਦੇ ਪ੍ਰਪੋਰਸ਼ਨਲ ਦੇ ਵਿੱਚ ਆ ਅਲਫਾ ਅਪੋਨ cos ਅਲਫਾ। ਤੇ ਡਿਫਲੈਕਸ਼ਨ ਪ੍ਰੋਡਿਊਸ ਹੋ ਰਹੀ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਨਹੀਂ ਹੈ ਕਰੰਟ ਦੇ, ਤਾਂ ਇਸ ਲਈ ਕਰੰਟ ਨੂੰ ਮੈਜਰ ਕਰਨ ਦੇ ਲਈ ਆਪਾਂ ਲੀਨੀਅਰ ਸਕੇਲ ਯੂਜ਼ ਨਹੀਂ ਕਰ ਸਕਦੇ। ਹੁਣ ਇਸੇ ਕਰਕੇ ਜਿਹੜੀ ਆਪਣੇ ਕੋਲ ਡਿਫਲੈਕਸ਼ਨ ਪ੍ਰੋਡਿਊਸ ਹੁੰਦੀ ਆ ਕੋਇਲ ਦੇ ਵਿੱਚ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਕਰੰਟ ਦੇ ਕਿਵੇਂ ਹੋਊਗੀ ਆਪਾਂ ਨੂੰ ਮੈਜਰ ਕਰਨਾ ਹੈ, ਜਦੋਂ ਆਪਾਂ ਮੈਗਨੇਟ ਦੇ ਦੋਨੋਂ ਪੋਲਸ ਨੂੰ ਕਨਕੇਵ ਬਣਾ ਦਈਏ ਤਾਂ ਕਿ ਉਹ ਰੇਡੀਅਲ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਦੇਣ। ਇਸ ਤਰ੍ਹਾਂ ਦੀ ਫੀਲਡ ਦੇ ਵਿੱਚ ਜਿਹੜਾ ਕੋਇਲ ਦਾ ਪਲੇਨ ਹੋਊਗਾ ਉਹ ਹਮੇਸ਼ਾ ਹੀ ਹਰੇਕ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਲਾਈਨਸ ਦੇ ਪੈਰਲਲ ਦੇ ਵਿੱਚ ਆ ਜਾਊਗਾ, ਤੇ ਕੋਈ ਵੀ ਉੱਥੇ ਜਿਹੜੀ ਪਰਪੈਂਡੀਕੂਲਰ ਡਿਸਟੈਂਸ ਆ ਉਹ ਵੀ ਕਿੰਨੀ ਹੋ ਜਾਊਗੀ ਹਮੇਸ਼ਾ ਹੀ B ਦੇ ਇਕੁਅਲ। ਤਾਂ ਡਿਫਲੈਕਟਿੰਗ ਟਾਰਕ ਕਿਹਦੇ ਇਕੁਅਲ ਹੋ ਗਿਆ NBIL, ਫੋਰਸ ਦੀ ਵੈਲਿਊ ਸੀ, ਪਰਪੈਂਡੀਕੂਲਰ ਡਿਸਟੈਂਸ ਹੁਣ ਕਿੰਨੀ ਹੋ ਗਈ B, ਫਿਰ ਲੈਂਥ ਇਨਟੂ ਬ੍ਰੈਥ ਕਿਹਦੇ ਇਕੁਅਲ ਏਰੀਆ। ਹੁਣ ਇਹ ਕਿਹਦੇ ਇਕੁਅਲ ਰੱਖਾਂਗੇ ਆਪਾਂ ਫਿਰ K ਅਲਫਾ ਦੇ, ਕਿਉਂਕਿ ਆਪਾਂ ਇੱਥੇ ਕਹਿ ਕੇ ਆਂਦਾ ਸੀ ਕਿ ਰੀਸਟੋਰਿੰਗ ਟਾਰਕ ਕਿਹਦੇ ਇਕੁਅਲ ਸੀ K ਅਲਫਾ ਦੇ। ਤਾਂ ਇਕੁਇਲਿਬਰੀਅਮ ਦੇ ਵਿੱਚ ਕਦੋਂ ਜਾਣਗੇ, ਜਦੋਂ ਡਿਫਲੈਕਟਿੰਗ ਟਾਰਕ ਤੇ ਰੀਸਟੋਰਿੰਗ ਟਾਰਕ ਇੱਕ ਦੂਜੇ ਦੇ ਇਕੁਅਲ ਹੋ ਜਾਣਗੇ। ਤਾਂ ਇਕੁਅਲ ਰੱਖਤਾ, ਇੱਥੋਂ ਆਪਾਂ I ਦੀ ਵੈਲਿਊ ਕੈਲਕੂਲੇਟ ਕਰਦੇ ਹਾਂ ਤਾਂ ਉਹ ਕਿਹਦੇ ਇਕੁਅਲ ਹੈ G ਅਲਫਾ। G ਆਪਣੇ ਕੋਲ ਕੀ ਹੈਗਾ ਇਹ ਗਲਵੈਨੋਮੀਟਰ ਦਾ ਕੌਨਸਟੈਂਟ, ਤੇ ਇਹਦੀ ਵੈਲਿਊ ਕਿੰਨੀ ਹੁੰਦੀ ਆ K ਅਪੋਨ NBA। ਤਾਂ I ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਿਆ ਅਲਫਾ ਦੇ, ਇਸੇ ਕਰਕੇ ਹੁਣ ਆਪਾਂ ਲੀਨੀਅਰ ਸਕੇਲ ਯੂਜ਼ ਕਰ ਸਕਦੇ ਹਾਂ। ਨੈਕਸਟ ਹੈ ਸੈਂਸਿਟੀਵਿਟੀ। ਗਲਵੈਨੋਮੀਟਰ ਨੂੰ ਆਪਾਂ ਸੈਂਸਿਟਿਵ ਕਦੋਂ ਕਹਿੰਦੇ ਆ, ਜਦੋਂ ਇਹਨੇ ਕਾਫੀ ਜ਼ਿਆਦਾ ਡਿਫਲੈਕਸ਼ਨ ਪ੍ਰੋਡਿਊਸ ਕਰਨੀ ਆ, ਬਹੁਤ ਜ਼ਿਆਦਾ ਥੋੜਾ ਕਰੰਟ ਪਾਸ ਕੀਤੇ ਤੇ ਜਾਂ ਬਹੁਤ ਜ਼ਿਆਦਾ ਥੋੜੀ ਵੋਲਟੇਜ ਅਪਲਾਈ ਕੀਤੇ ਤੇ। ਨੈਕਸਟ ਹੈ ਕਰੰਟ ਸੈਂਸਿਟੀਵਿਟੀ। ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ ਕਿ ਇੱਕ ਇੱਦਾਂ ਦੀ ਡਿਫਲੈਕਸ਼ਨ ਆ ਜਿਹੜੀ ਗਲਵੈਨੋਮੀਟਰ ਦੇ ਅੰਦਰ ਪ੍ਰੋਡਿਊਸ ਹੁੰਦੀ ਆ ਜਦੋਂ ਆਪਾਂ ਯੂਨਿਟ ਕਰੰਟ ਨੂੰ ਕੋਇਲ ਦੇ ਵਿੱਚੋਂ ਪਾਸ ਕਰਦੇ ਹਾਂ। ਤਾਂ ਕਰੰਟ ਸੈਂਸਿਟੀਵਿਟੀ ਕਿਹਦੇ ਇਕੁਅਲ ਹੋ ਜੂਗੀ ਫਿਰ ਅਲਫਾ ਅਪੋਨ I। I ਆਪਣੇ ਕੋਲ ਕੀ ਸੀਗਾ ਕਿ ਜਿੰਨਾ ਕਰੰਟ ਆਪਾਂ ਪਾਸ ਕਰਵਾਇਆ, ਤਾਂ ਫਿਰ ਅਲਫਾ ਕਿਹਦੇ ਇਕੁਅਲ ਆ ਜਾਊਗਾ ਹੁਣ NB। ਇਹ ਆਪਾਂ ਸਾਰੀਆਂ ਵੈਲਿਊਜ਼ ਪੁੱਟ ਕਰ ਦੇਣੀਆਂ ਨੇ ਅਪੋਨ I। ਤੁਸੀਂ ਇਸ ਇਕੁਏਸ਼ਨ ਤੋਂ ਵੀ ਅਲਫਾ ਅਪੋਨ I ਦੀ ਵੈਲਿਊ ਕੱਢ ਲਓ, ਚਾਹੇ ਉਹ ਕਿੰਨਾ ਹੋ ਜਾਊਗਾ ਫਿਰ NBA ਅਪੋਨ K। ਨੈਕਸਟ ਹੈ ਵੋਲਟੇਜ ਸੈਂਸਿਟੀਵਿਟੀ। ਇੱਦਾਂ ਦੀ ਡਿਫਲੈਕਸ਼ਨ ਜਿਹੜੀ ਗਲਵੈਨੋਮੀਟਰ ਦੇ ਅੰਦਰ ਪ੍ਰੋਡਿਊਸ ਹੁੰਦੀ ਹੈ, ਕਦੋਂ ਪ੍ਰੋਡਿਊਸ ਹੋਊਗੀ ਜਦੋਂ ਆਪਾਂ ਯੂਨਿਟ ਵੋਲਟੇਜ ਨੂੰ ਪਾਸ ਕਰਦੇ ਹਾਂ ਕੋਇਲ ਦੇ ਵਿੱਚੋਂ। ਤਾਂ ਵੋਲਟੇਜ ਸੈਂਸਿਟੀਵਿਟੀ ਕਿਹਦੇ ਇਕੁਅਲ ਅਲਫਾ ਅਪੋਨ B। ਬਟ ਓਮਸ ਦੇ ਲਾਅ ਤੋਂ ਆਪਣੇ ਕੋਲ ਕੀ ਸੀਗਾ V ਇਜ਼ ਇਕੁਅਲ ਟੂ IR, ਫਿਰ ਅਲਫਾ ਅਪੋਨ I ਕਿਹਦੇ ਇਕੁਅਲ NBA ਅਪੋਨ K ਇੰਟੂ R। ਨੈਕਸਟ ਹੈ ਕਿ ਕਿਹੜੀਆਂ ਕੰਡੀਸ਼ਨਸ ਨੇ ਮੂਵਿੰਗ ਕੋਇਲ ਗਲਵੈਨੋਮੀਟਰ ਦੀ ਸੈਂਸਿਟੀਵਿਟੀ ਤੇ ਐਕੂਰੇਸੀ ਦੇ ਲਈ। ਹੁਣ ਆਪਾਂ ਜਿਹੜੀ ਇਕੁਏਸ਼ਨ ਡਰਾਈਵ ਕਰਕੇ ਆਂਦੀ ਸੀਗੀ ਅਲਫਾ ਅਪੋਨ I, ਉਹ ਕਿਹਦੇ ਇਕੁਅਲ ਸੀ NBA ਅਪੋਨ K। N ਤੇ A ਉਹ ਕਿ ਆਪਾਂ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ, ਕੋਈ ਨਾ ਕੋਈ ਲਿਮਿਟ ਆ ਇਹਨਾਂ ਦੀ, ਇਸੇ ਕਰਕੇ ਗਲਵੈਨੋਮੀਟਰ ਦਾ ਜਿਹੜਾ ਸਾਈਜ਼ ਆ ਤੇ ਰੈਜ਼ਿਸਟੈਂਸ ਆ ਉਹ ਬਹੁਤ ਜ਼ਿਆਦਾ ਵੈਲਿਊ ਵੱਧ ਜੂਗੀ ਉਹਨਾਂ ਦੀ। ਹੁਣ ਆਪਾਂ ਨੂੰ ਕਿਵੇਂ ਹੋਰ ਵਧਾ ਸਕਦੇ ਹਾਂ ਕਿ ਮੈਗਨੈਟਿਕ ਫੀਲਡ ਨੂੰ ਜਿੰਨੀ ਜ਼ਿਆਦਾ ਵਧਾ ਸਕਦੇ ਹੋ ਉਨਾ ਪੋਸੀਬਲ ਆ, ਤੇ K ਦੀ ਵੈਲਿਊ ਸੀ ਆਪਣੇ ਕੋਲ ਘੱਟ ਤੋਂ ਘੱਟ ਆਉਣੀ ਚਾਹੀਦੀ ਆ। ਮੈਗਨੈਟਿਕ ਫੀਲਡ B ਨੂੰ ਆਪਾਂ ਕਿਵੇਂ ਇਨਕਰੀਜ਼ ਕਰਦੇ ਹਾਂ ਕਿ ਇਹਦੇ ਲਈ ਸਟਰੋਂਗ ਪਰਮਾਨੈਂਟ ਮੈਗਨੇਟ ਯੂਜ਼ ਕਰਨੀ ਪੈਂਦੀ ਆ। ਜੇ K ਦੀ ਵੈਲਿਊ ਡਿਕਰੀਜ਼ ਕਰਨੀ ਹੈ ਤਾਂ ਸਸਪੈਂਸ਼ਨ ਵਾਇਰ ਕਿਹੜੀ ਯੂਜ਼ ਕਰਾਂਗੇ ਫਾਸਫਰ ਬ੍ਰੌਂਜ਼ ਦੀ। ਇਸ ਮਟੀਰੀਅਲ ਦੇ ਲਈ K ਦੀ ਵੈਲਿਊ ਕੀ ਆਪਣੇ ਕੋਲ ਕਾਫੀ ਘੱਟ ਹੁੰਦੀ ਆ। ਜੇ K ਦੀ ਵੈਲਿਊ ਨੂੰ ਆਪਾਂ ਹੋਰ ਜ਼ਿਆਦਾ ਘੱਟ ਕਰਨਾ ਚਾਹੁੰਦੇ ਆ ਤਾਂ ਵਾਇਰ ਨੂੰ ਫਿਰ ਆਪਾਂ ਹੈਮਰ ਨਾਲ ਮਤਲਬ ਹਥੌੜੀ ਲਗਾ ਕੇ ਫਲੈਟ ਕਰ ਦਿੰਦੇ ਆ।
ਤਾਂ ਸੈਂਸਿਟਿਵ ਗਲਵੈਨੋਮੀਟਰ ਦੇ ਵਿੱਚ ਕੁਆਰਟਜ਼ ਫਾਈਬਰ ਨੂੰ ਆਪਾਂ ਯੂਜ਼ ਕਰਦੇ ਹਾਂ ਤੇ ਕੁਆਰਟਜ਼ ਦੇ ਲਈ K ਦੀ ਵੈਲਿਊ ਕਾਫੀ ਘੱਟ ਹੁੰਦੀ। ਨੈਕਸਟ ਹੈ ਐਕੂਰੇਸੀ। ਗਲਵੈਨੋਮੀਟਰ ਦੀ ਐਕੂਰੇਸੀ ਕੀ ਸ਼ੋ ਕਰਦੀ ਹੈ ਕਿ ਕਿੰਨੇ ਐਕਸਟੈਂਟ ਤੱਕ ਇਹ ਕਰੰਟ ਨੂੰ ਮੈਜਰ ਕਰ ਸਕਦਾ। ਤਾਂ ਇਹ ਕਿਹਦੇ ਇਕੁਅਲ ਹੁੰਦਾ ਹੈ, ਰੈਸੀਪ੍ਰੋਕਲ ਹੁੰਦਾ ਹੈ ਰਿਲੇਟਿਵ ਐਰਰ ਦਾ। ਤਾਂ ਐਕੂਰੇਸੀ ਕਿਹਦੇ ਇਕੁਅਲ ਆ, 1/di/i ਡੈਸ਼। di/i ਕੀ ਰਿਪਰੈਜ਼ੈਂਟ ਕਰ ਗਿਆ, ਰਿਲੇਟਿਵ ਐਰਰ ਨੂੰ। ਤਾਂ ਹੁਣ i ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਸੀਗਾ, ਅਲਫਾ ਦੇ। ਤਾਂ di/i ਕਿਹਦੇ ਇਕੁਅਲ, d ਅਲਫਾ ਕਿ i ਨੂੰ ਆਪਾਂ ਅਲਫਾ ਪੁੱਟ ਕਰ ਦੇਣਾ। ਤਾਂ ਐਕੂਰੇਸੀ ਦੀ ਵੈਲਿਊ ਫਿਰ ਕਿੰਨੀ ਹੋ ਜਾਊਗੀ, ਰੈਸੀਪ੍ਰੋਕਲ ਸੀਗਾ 1/di/i ਤਾਂ ਕਿਹਦੇ ਇਕੁਅਲ ਹੋ ਗਿਆ, d ਅਲਫਾ। ਨੈਕਸਟ ਹੈ ਐਮੀਟਰ। ਐਮੀਟਰ ਆਪਣੇ ਕੋਲ ਇੱਕ ਇੱਦਾਂ ਦਾ ਡਿਵਾਈਸ ਹੈ ਜਿਹਨੂੰ ਇਲੈਕਟ੍ਰੀਕਲ ਸਰਕਟ ਦੇ ਵਿੱਚ ਕਰੰਟ ਮੈਜਰ ਕਰਨ ਦੇ ਲਈ ਯੂਜ਼ ਕਰਦੇ ਹਾਂ। ਗਲਵੈਨੋਮੀਟਰ ਆਪਣੇ ਕੋਲ ਲੋ ਰੈਜ਼ਿਸਟੈਂਸ ਇੰਸਟਰੂਮੈਂਟ ਆ ਜਿਨ੍ਹਾਂ ਨੂੰ ਆਪਾਂ ਸਰਕਟ ਦੇ ਵਿੱਚ ਕਰੰਟ ਮੈਜਰ ਕਰਨ ਦੇ ਲਈ ਯੂਜ਼ ਨਹੀਂ ਕਰ ਸਕਦੇ। ਇਹਦਾ ਰੀਜ਼ਨ ਕੀ ਆ ਕਿ ਜੇ ਆਪਾਂ ਸਮਾਲ ਕਰੰਟ ਨੂੰ ਪਾਸ ਕਰਦੇ ਹਾਂ ਗਲਵੈਨੋਮੀਟਰ ਦੇ ਵਿੱਚ ਤਾਂ ਇਹਨੇ ਫੁੱਲ ਸਕੇਲ ਡਿਫਲੈਕਸ਼ਨ ਦੇ ਦੇਣੀ। ਜੇ ਲਾਰਜ ਕਰੰਟ ਪਾਸ ਕਰਵਾਉਂਦੇ ਹਾਂ ਤਾਂ ਗਲਵੈਨੋਮੀਟਰ ਡੈਮੇਜ ਹੋ ਜਾਊਗਾ। ਕਿਉਂ ਡੈਮੇਜ ਹੋ ਜੂ, ਜੇ ਜ਼ਿਆਦਾ ਕਰੰਟ ਨੂੰ ਆਪਾਂ ਪਾਸ ਕਰਵਾ ਰਹੇ ਹਾਂ ਗਲਵੈਨੋਮੀਟਰ ਦੇ ਵਿੱਚ ਤਾਂ ਇਹਨੇ ਲਾਰਜ ਐਂਗਲ ਦੇ ਨਾਲ ਡਿਫਲੈਕਸ਼ਨ ਦੇਣੀ ਹੈ। ਤੇ ਜਦੋਂ ਡਿਫਲੈਕਸ਼ਨ ਦਊਗਾ ਆਪਣੇ ਕੋਲੇ ਤਾਂ ਉਹਨੇ ਕੀ ਕਰਨਾ, ਆਊਟ ਆਫ ਸਕੇਲ ਹੋ ਜਾਣਾ, ਮਤਲਬ ਜਿਹੜੀ ਨੀਡਲ ਆ ਸਕੇਲ ਤੋਂ ਬਾਹਰ ਚਲੇ ਜੂਗੀ ਤੇ ਉਹ ਟੁੱਟ ਜਾਂਦਾ। ਹੁਣ ਲਾਰਜ ਕਰੰਟ ਆਪਾਂ ਪਾਸ ਕਰਵਾਉਂਦੇ ਹਾਂ ਜੇ ਗਲਵੈਨੋਮੀਟਰ ਦੇ ਵਿੱਚੋਂ ਤਾਂ ਉਹਨੇ ਲਾਰਜ ਅਮਾਊਂਟ ਆਫ ਹੀਟ ਵੀ ਪ੍ਰੋਡਿਊਸ ਕਰਨੀ ਆ। ਇਸ ਹੀਟਿੰਗ ਦੇ ਇਫੈਕਟ ਕਾਰਨ ਵੀ ਉਹ ਡੈਮੇਜ ਹੋ ਜਾਂਦਾ। ਇਸੇ ਕਰਕੇ ਆਪਾਂ ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਕਨਵਰਟ ਕਰਦੇ ਹਾਂ। ਇਹਦੇ ਲਈ ਆਪਾਂ ਕਿਵੇਂ ਕਨਵਰਟ ਕਰਦੇ ਕਿ ਗਲਵੈਨੋਮੀਟਰ ਨੂੰ ਜੇ ਐਮੀਟਰ 'ਚ ਕਨਵਰਟ ਕਰਨਾ ਜਿਹਦੀ ਰੇਂਜ 0 to I ਐਂਪੀਅਰ ਆ ਤਾਂ ਆਪਾਂ ਨੋਟ ਕਰਦੇ ਹਾਂ ਕਿ ਗਲਵੈਨੋਮੀਟਰ ਫੁੱਲ ਸਕੇਲ ਡਿਫਲੈਕਸ਼ਨ ਦਊਗਾ ਜਦੋਂ ਕਰੰਟ IG ਉਹਦੇ ਵਿੱਚੋਂ ਦੀ ਆਪਾਂ ਪਾਸ ਕਰਵਾਵਾਂਗੇ। ਗਲਵੈਨੋਮੀਟਰ ਦੇ ਵਿੱਚੋਂ ਕਿੰਨਾ ਕਰੰਟ ਪਾਸ ਹੋ ਜਾਊਗਾ, IG, ਤੇ ਜਿਹੜਾ ਬਾਕੀ ਕਰੰਟ ਬਚ ਜਾਊਗਾ ਉਹ ਕਿਹਦੇ ਵਿੱਚੋਂ ਪਾਸ ਹੋਊਗਾ, ਜਿਹੜੀ ਆਪਾਂ ਸਮਾਲ ਰੈਜ਼ਿਸਟੈਂਸ ਮਤਲਬ ਸ਼ੰਟ ਲਗਾਈ ਹੋਈ ਆ ਉਹਦੇ ਨਾਲ ਪੈਰਲਲ ਦੇ ਵਿੱਚ। I ਕਰੰਟ ਟੋਟਲ ਸੀ, ਇੱਥੇ ਆ ਕੇ ਫਿਰ ਪਾਰਟੀਸ਼ਨ ਹੋ ਰਹੀ ਹੈ ਤਾਂ I ਦੇ ਵਿੱਚੋਂ ਅੱਧਾ ਕਰੰਟ ਪਾਸ ਹੋ ਗਿਆ ਗਲਵੈਨੋਮੀਟਰ 'ਚੋਂ IG। I ਮਾਈਨਸ IG ਕਿਹਦੇ ਵਿੱਚੋਂ ਪਾਸ ਹੋ ਰਿਹਾ, ਸ਼ੰਟ ਦੇ ਵਿੱਚੋਂ। ਹੁਣ ਜੇ ਆਪਣੇ ਕੋਲ ਰੈਜ਼ਿਸਟੈਂਸ ਹੋਊਗੀ ਗਲਵੈਨੋਮੀਟਰ ਦੇ ਲਈ ਤਾਂ ਹੁਣ ਆਪਾਂ ਫਿਰ ਕੀ ਨੋਟ ਕਰਾਂਗੇ ਇਹਦੇ ਵਿੱਚੋਂ ਕਿ ਜਿਹੜੀ ਗਲਵੈਨੋਮੀਟਰ ਤੇ ਸ਼ੰਟ ਨੇ ਉਹ ਇੱਕ ਦੂਜੇ ਦੇ ਕਿਵੇਂ ਆਪਾਂ ਕਨੈਕਟ ਕੀਤੇ ਹੋਏ ਨੇ, ਸੇਮ ਪੁਆਇੰਟ ਤੋਂ ਪੈਰਲਲ ਦੇ ਵਿੱਚ। ਤਾਂ ਇਸੇ ਕਰਕੇ ਹੁਣ ਵੈਲਿਊ ਨੂੰ ਕੈਲਕੂਲੇਟ ਕਰਦੇ ਹਾਂ ਆਪਾਂ। I ਮਾਈਨਸ IG ਇੰਟੂ S ਕਿਹਦੇ ਇਕੁਅਲ, IG ਕ੍ਰੋਸ G। ਤਾਂ ਇੱਥੋਂ ਆਪਾਂ ਰੀਅਰੇਂਜ ਕਰਕੇ S ਦੀ ਵੈਲਿਊ ਕੱਢੀ, ਕਿੰਨੀ ਹੋ ਗਈ, IG ਅਪੋਨ I ਮਾਈਨਸ IG ਇੰਟੂ G। ਨੈਕਸਟ ਹੈ ਵੋਲਟਮੀਟਰ। ਵੋਲਟਮੀਟਰ ਨੂੰ ਆਪਾਂ ਸਰਕਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਨੂੰ ਮੈਜਰ ਕਰਨ ਦੇ ਲਈ ਯੂਜ਼ ਕਰਦੇ ਹਾਂ। ਤਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਮੈਜਰ ਕਰਨ ਦੇ ਲਈ ਆਪਾਂ ਗਲਵੈਨੋਮੀਟਰ ਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਗਲਵੈਨੋਮੀਟਰ ਨੂੰ ਜੇ ਆਪਾਂ ਪੈਰਲਲ ਦੇ ਵਿੱਚ ਲਗਾਵਾਂਗੇ ਪੋਟੈਂਸ਼ੀਅਲ ਡਿਫਰੈਂਸ ਨੂੰ ਮੈਜਰ ਕਰਨ ਦੇ ਲਈ ਤਾਂ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਦੀ ਵੈਲਿਊ ਲੋ ਹੋਣ ਦੇ ਕਾਰਨ ਕਾਫੀ ਜ਼ਿਆਦਾ ਕਰੰਟ ਉਹਨਾਂ ਦੇ ਵਿੱਚੋਂ ਪਾਸ ਹੋਣਾ ਸ਼ੁਰੂ ਹੋ ਜਾਊਗਾ। ਤੇ ਇਸੇ ਕਰਕੇ ਜਦੋਂ ਕਰੰਟ ਨੇ ਪਾਸ ਕਰਨਾ ਕੰਡਕਟਰ ਦੇ ਵਿੱਚੋਂ ਤਾਂ ਜਿਹੜੀ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਹੋਊਗੀ ਉਹਨੇ ਡਿਕਰੀਜ਼ ਕਰ ਜਾਣਾ। ਇਸ ਲਈ ਗਲਵੈਨੋਮੀਟਰ ਨੂੰ ਵੋਲਟਮੀਟਰ ਦੇ ਵਿੱਚ ਕਨਵਰਟ ਕਰਨਾ ਪੈਂਦਾ ਤਾਂ ਕਿ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਕੰਡਕਟਰ ਦੇ ਅਕ੍ਰੋਸ ਮੈਜਰ ਕਰ ਸਕੀਏ ਕਿਸੇ ਵੀ ਡੈਮੇਜ ਤੋਂ ਬਿਨਾਂ। ਹੁਣ ਗਲਵੈਨੋਮੀਟਰ ਨੂੰ ਵੋਲਟਮੀਟਰ ਦੇ ਵਿੱਚ ਕਿਵੇਂ ਕਨਵਰਟ ਕਰਦੇ ਹਾਂ ਆਪਾਂ ਕਿ ਗਲਵੈਨੋਮੀਟਰ ਨੂੰ ਆਪਾਂ ਜੇ ਵੋਲਟਮੀਟਰ 'ਚ ਕਨਵਰਟ ਕਰਨਾ ਚਾਹੁੰਦੇ ਹਾਂ 0 to 20 ਵੋਲਟ ਤਾਂ ਇਹਦੇ ਲਈ ਗਲਵੈਨੋਮੀਟਰ ਜੇ ਹੁਣ ਆਪਣੇ ਕੋਲ ਫੁੱਲ ਸਕੇਲ ਡਿਫਲੈਕਸ਼ਨ ਦਊਗਾ, ਕਦੋਂ ਦਊਗਾ, ਜਦੋਂ IG ਕਰੰਟ ਗਲਵੈਨੋਮੀਟਰ ਦੇ ਵਿੱਚੋਂ ਪਾਸ ਹੋਊਗਾ। ਤਾਂ ਹੁਣ ਇਹਦੇ ਨਾਲ ਆਪਾਂ ਰੈਜ਼ਿਸਟੈਂਸ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਹਾਂ। ਇੱਥੇ ਰੈਜ਼ਿਸਟੈਂਸ ਆਪਾਂ ਕਿੰਨਾ ਲਗਾਇਆ ਹੋਇਆ, R। ਤੇ ਇਸੇ ਲਈ ਹੁਣ ਜਦੋਂ ਆਪਾਂ ਇਹਨੂੰ ਕਨਵਰਟ ਕਰਨਾ ਚਾਹੁੰਦੇ ਹਾਂ ਵੋਲਟਮੀਟਰ ਦੇ ਵਿੱਚ ਤਾਂ ਰੈਜ਼ਿਸਟੈਂਸ R ਦੀ ਵੈਲਿਊ ਨੂੰ ਆਪਾਂ ਇੱਦਾਂ ਐਡਜਸਟ ਕਰਦੇ ਹਾਂ ਕਿ ਜਦੋਂ ਆਪਾਂ ਸੀਰੀਜ਼ ਕੰਬੀਨੇਸ਼ਨ ਲਗਾਇਆ ਹੋਇਆ ਹੈ ਗਲਵੈਨੋਮੀਟਰ ਤੇ ਰੈਜ਼ਿਸਟੈਂਸ R ਦਾ ਤਾਂ ਗਲਵੈਨੋਮੀਟਰ ਫੁੱਲ ਸਕੇਲ ਡਿਫਲੈਕਸ਼ਨ ਦੇਵੇ ਜਦੋਂ ਕਰੰਟ IG ਨੂੰ ਆਪਾਂ ਪਾਸ ਕੀਤਾ ਹੋਇਆ ਸੀ ਇਸ ਕੰਬੀਨੇਸ਼ਨ ਦੇ ਵਿੱਚੋਂ। ਰੈਜ਼ਿਸਟੈਂਸ ਦੀ ਵੈਲਿਊ ਨੂੰ ਆਪਾਂ ਇੱਦਾਂ ਐਡਜਸਟ ਕਰਨਾ ਕਿ ਗਲਵੈਨੋਮੀਟਰ ਫੁੱਲ ਸਕੇਲ ਡਿਫਲੈਕਸ਼ਨ ਦਊਗਾ ਜਦੋਂ ਆਪਾਂ ਕਰੰਟ IG ਨੂੰ ਇਹਦੇ ਵਿੱਚੋਂ ਦੀ ਪਾਸ ਕਰਦੇ ਹਾਂ। ਹੁਣ ਆਪਾਂ ਸਪੋਜ਼ ਕਰਦੇ ਹਾਂ ਕਿ ਗਲਵੈਨੋਮੀਟਰ ਦੇ ਲਈ ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਆ, G। ਤਾਂ IG ਕੀ ਹੁਣ ਕਿਹਦੇ ਇਕੁਅਲ ਆਊਗਾ, ਆਪਾਂ ਉਹਦੀ ਵੈਲਿਊ ਕੈਲਕੂਲੇਟ ਕਰਨੀ। IG ਕਿਹਦੇ ਇਕੁਅਲ ਹੋ ਗਿਆ, V/G + R ਕਿਉਂਕਿ ਓਮਸ ਦੇ ਲਾਅ ਤੋਂ ਕੀ ਸੀ, V = IR। I ਕਿਹਦੇ ਇਕੁਅਲ ਆ ਗਿਆ, V/R। ਕਰੰਟ ਕਿੰਨਾ ਪਾਸ ਕੀਤਾ ਸੀ ਆਪਾਂ, IG। ਵੋਲਟੇਜ ਕਿੰਨੀ ਆ, V। ਟੋਟਲ ਰੈਜ਼ਿਸਟੈਂਸ ਕਿੰਨੀ ਹੋ ਜਾਊਗੀ, ਹੁਣ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਹੈਗੀ ਆ G, ਰੈਜ਼ਿਸਟੈਂਸ ਕਿੰਨੀ ਆ ਆਪਣੇ ਕੋਲੇ ਰੈਜ਼ਿਸਟਰ ਦੀ R। ਤਾਂ ਟੋਟਲ ਵੈਲਿਊ ਕਿੰਨੀ ਹੋ ਗਈ, G + R। ਕ੍ਰਾਸ ਮਲਟੀਪਲਾਈ ਕਰੋ,
जी प्लस आर इंटू आई जी किहदे इक्वल बी, ब्रैकेट ओपन कर दो, जी आई जी प्लस आर आई जी किहदे इक्वल बी, तो इत्थों आर आई जी की वैल्यू किहदे इक्वल आ जाएगी बी माइनस जी आई जी। हुण आई जी जिहड़ा आर दे नाल लग्गिया आपां नूं रिमूव करना, तो उन्होंने की करांगे, हुण आपां आई जी दे नाल दोनों साइड ते डिवाइड कर दो, तो वैल्यू कितनी आ गई आर दी बी अपॉन आई जी माइनस जी। इस तरह आपां गैल्वेनोमीटर नूं वोल्टमीटर दे विच कन्वर्ट कर सकते हैं। थैंक यू।